प्यारे विद्यार्थियों, ਅੱਜ ਅਸੀਂ ਅਗਲੀ ਕਵਿਤਾ ਭਾਵ ਤਾਜ ਮਹਿਲ ਪੜ੍ਹਨ ਜਾ ਰਹੇ ਹਾਂ। ਤਾਜ ਮਹਿਲ ਕਵਿਤਾ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਹੈ, ਜਿਨ੍ਹਾਂ ਨੂੰ ਕਿ ਰੋਮਾਂਸਵਾਦੀ ਤੇ ਪ੍ਰਗਤੀਵਾਦੀ ਧਾਰਾ ਦੇ ਪ੍ਰਵਰਤਕ ਕਵੀ ਮੰਨਿਆ ਜਾਂਦਾ ਹੈ। ਤਾਜ ਮਹਿਲ ਕਵਿਤਾ ਦੇ ਦੋ ਹਿੱਸੇ ਹਨ। ਪਹਿਲੇ ਹਿੱਸੇ ਵਿੱਚ ਕਵੀ ਨੇ ਚਾਨਣੀ ਰਾਤ ਸਮੇਂ ਤਾਜ ਮਹਿਲ ਦੇ ਦ੍ਰਿਸ਼ ਦਾ ਵਰਣਨ ਕੀਤਾ ਹੈ ਕਿ ਚਾਨਣੀ ਰਾਤ ਸਮੇਂ ਸ਼ਾਂਤਮਈ ਵਾਤਾਵਰਨ ਵਿੱਚ ਤਾਜ ਮਹਿਲ ਦਾ ਦ੍ਰਿਸ਼, ਤਾਜ ਮਹਿਲ ਬਹੁਤ ਹੀ ਮਨਮੋਹਕ ਲੱਗਦਾ ਹੈ। ਤੇ ਦੂਜੇ ਹਿੱਸੇ ਵਿੱਚ ਕਵੀ ਨੇ ਇਸ ਨੂੰ ਇਤਿਹਾਸ ਨਾਲ ਜੋੜਦਿਆਂ ਇਸ ਨੂੰ ਬਣਾਉਣ ਵਾਲੇ ਮਜ਼ਦੂਰ ਤੇ ਮਜ਼ਦੂਰਨੀਆਂ ਦੇ ਹਾਲ ਨੂੰ ਬਿਆਨ ਕੀਤਾ ਹੈ ਕਿ ਕਿਵੇਂ ਤਾਜ ਮਹਿਲ ਦੀ ਉਸਾਰੀ ਉਹਨਾਂ ਤੋਂ ਵਗਾਰਾਂ ਵਿੱਚ ਜਬਰੀ ਕਰਵਾਈ ਗਈ। ਸ਼ੁਰੂ ਕਰਦੇ ਹਾਂ ਕਵਿਤਾ। ਦੁੱਧ ਚਿੱਟੀਆਂ ਰੰਗਦਾਰ ਮਰਮਰਾਂ ਦੇ ਗਲ ਘੱਤ ਕੇ ਬਾਹੀਂ, ਸੋਹਲ ਪਤਲੀਆਂ ਚੰਨ ਦੀਆਂ ਰਿਸ਼ਮਾਂ ਸੁੱਤੀਆਂ ਬੇਪਰਵਾਹੀ। ਕਵੀ ਤਾਜ ਮਹਿਲ ਦੀ ਸੁੰਦਰਤਾ ਦਾ ਵਰਣਨ ਕਰਦਿਆਂ ਲਿਖਦਾ ਹੈ ਕਿ ਰਾਤ ਸਮੇਂ ਚੰਨ ਦੀ ਚਾਨਣੀ ਵਿੱਚ ਤਾਜ ਮਹਿਲ ਦਾ ਦ੍ਰਿਸ਼ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਤਾਜ ਮਹਿਲ ਦੀਆਂ ਦੁੱਧ ਵਰਗੀਆਂ ਚਿੱਟੀਆਂ ਤੇ ਧਾਰੀਦਾਰ ਸੰਗਮਰਮਰ ਦੀਆਂ ਸਿਲਾਂ ਦੇ ਗਲ ਵਿੱਚ ਬਾਹਾਂ ਪਾ ਕੇ ਚੰਨ ਦੀਆਂ ਨਾਜ਼ੁਕ ਤੇ ਪਤਲੀਆਂ ਕਿਰਨਾਂ ਬੇਪਰਵਾਹ ਹੋ ਕੇ ਸੌਂ ਰਹੀਆਂ ਹੋਣ। ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੁੜੂੰਦੇ, ਘਾਹ ਦੇ ਸੋਹਲ ਸੀਨਿਆਂ ਉੱਤੇ ਸਵਾਦ ਹੋ ਉਂਗੇ। ਤਾਜ ਮਹਿਲ ਦੇ ਆਸੇ ਪਾਸੇ ਲੱਗੇ ਰੁੱਖ ਤੇ ਬੂਟਿਆਂ ਦੇ ਪਰਛਾਵੇਂ ਵੀ ਇੰਝ ਲੱਗਦੇ ਸੀ ਜਿਵੇਂ ਸੌਂ ਰਹੇ ਹੋਣ। ਨੀਂਦ ਦੇ ਨਸ਼ੇ ਦੇ ਵਿੱਚ ਮਸਤ ਘਾਹ ਦੇ ਨਰਮ ਸੀਨਿਆਂ ਉੱਤੇ ਸਵਾਦ ਦੀ ਨੀਂਦ ਲੈ ਰਹੇ ਹੋਣ। ਲੱਗ ਟਾਹਣਾ ਗਲ ਵੇਲਾਂ ਸੁੱਤੀਆਂ, ਲੱਗ ਵੇਲਾਂ ਗਲ ਕਲੀਆਂ, ਲੱਗ ਕਲੀਆਂ ਗਲ ਗੰਧਾਂ ਸੁੱਤੀਆਂ, ਨੀਂਦ ਵਲੇਵੇਂ ਵਲੀਆਂ। ਰੁੱਖਾਂ ਦੇ ਟਾਹਣਾਂ ਦੇ ਗਲ ਲੱਗ ਕੇ ਵੇਲਾਂ ਸੌਂ ਰਹੀਆਂ ਜਾਪਦੀਆਂ ਸਨ ਤੇ ਵੇਲਾਂ ਦੇ ਗਲੇ ਵਿੱਚ ਬਾਹਾਂ ਪਾ ਕੇ ਉਹਨਾਂ ਦੀਆਂ ਕਲੀਆਂ ਸੌਂ ਰਹੀਆਂ ਸਨ। ਕਲੀਆਂ ਦੇ ਨਾਲ ਲੱਗ ਕੇ ਉਹਨਾਂ ਦੀਆਂ ਸੁਗੰਧੀਆਂ ਸੌਂ ਰਹੀਆਂ ਸਨ। ਇਹ ਸਾਰਾ ਕੁਝ ਨੀਂਦ ਦੇ ਵਲੇਵੇਂ ਵਿੱਚ ਵਲਿਆ ਹੋਇਆ ਸੀ, ਨੀਂਦ ਦੇ ਵਿੱਚ ਮਸਤ ਸੀ। ਲੱਗ ਕਲੀਆਂ ਗਲ ਗੰਧਾਂ ਸੁੱਤੀਆਂ, ਨੀਂਦ ਵਲੇਵੇਂ ਵਲੀਆਂ। ਸ਼ਾਂਤ ਸੁੱਤੇ ਜਮਨਾ ਦੇ ਕੰਢੇ, ਹਰੇ ਭਰੇ ਅਤ ਸਾਵੇ, ਨੀਂਦ ਵਿਗੁੱਤੀ ਜਲ ਧਾਰਾਂ ਨੂੰ ਬੰਨੀ ਵਿੱਚ ਕਲਾਵੇ। ਤੇ ਤਾਜ ਮਹਿਲ ਦੇ ਨਾਲ ਵਗਣ ਵਾਲਾ ਜਮਨਾ ਦਰਿਆ ਦਾ ਜਿਹੜਾ ਕੰਢੇ ਹਨ, ਜਮਨਾ ਦਰਿਆ ਦੇ ਕਿਨਾਰੇ ਬਹੁਤ ਹੀ ਹਰੇ ਭਰੇ ਹਨ। ਉਹ ਵੀ ਨੀਂਦ ਦੇ ਵਿੱਚ ਮਸਤ ਜਲ ਧਾਰਾਂ ਨੂੰ ਆਪਣੇ ਕਲਾਵੇ, ਆਪਣੀ ਬਾਹਾਂ ਵਿੱਚ ਲੈ ਕੇ ਸ਼ਾਂਤ ਸੁੱਤੇ ਪਏ ਜਾਪ ਰਹੇ ਸਨ। ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ, ਜਾਣੋ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ। ਤੇ ਜਮਨਾ ਦਰਿਆ ਦੇ ਸੁੱਤੇ ਹੋਏ ਪਾਣੀਆਂ ਦੇ ਵਿੱਚ ਪੈਣ ਵਾਲਾ ਤਾਜ ਮਹਿਲ ਦਾ ਪਰਛਾਵਾਂ ਵੀ ਸੁੱਤਾ ਹੋਇਆ ਜਾਪਦਾ ਸੀ। ਇੰਝ ਲੱਗਦਾ ਸੀ ਜਿਵੇਂ ਜਮਨਾ ਨੇ ਇਸ ਪਰਛਾਵੇਂ ਨੂੰ ਲੈ ਕੇ ਦੌੜ ਜਾਣ ਵਾਸਤੇ ਬੁੱਕਲ ਦੇ ਵਿੱਚ ਲੁਕਾ ਲਿਆ ਸੀ। ਐ ਪਰ ਦੂਰ ਸਾਗਰਾਂ ਵੰਨੀ ਨੱਸਣ ਜਦੋਂ ਉਹ ਲੱਗੀ, ਨੀਂਦ ਟੂਣਿਆਂ ਦੇ ਜੰਤਰ ਵਿੱਚ ਟੂਰ ਉਸ ਦੀ ਵੱਜੀ। ਪਰ ਜਦੋਂ ਉਹ ਉਸ ਪਰਛਾਵੇਂ ਨੂੰ ਲੈ ਕੇ ਭਾਵ ਜਮਨਾ ਨਦੀ ਜਦੋਂ ਤਾਜ ਮਹਿਲ ਦੇ ਪਰਛਾਵੇਂ ਨੂੰ ਆਪਣੀ ਬੁੱਕਲ ਵਿੱਚ ਲੁਕੋ ਕੇ ਸਾਗਰਾਂ ਵੱਲ ਨੂੰ ਭੱਜਣ ਲੱਗੀ ਤਾਂ ਨੀਂਦ ਦੇ ਟੂਣੇ ਨੇ ਉਸ ਦੀ ਤੋਰ ਬੰਨ੍ਹ ਦਿੱਤੀ, ਭਾਵ ਕਿ ਨੀਂਦ ਦੇ ਜ਼ੋਰ ਕਰਕੇ ਉਹ ਅੱਗੇ ਨਾ ਵੱਧ ਸਕੀ। ਸੁੱਤੇ ਏਸ ਚੌਗਿਰਦੇ ਅੰਦਰ ਮੈਂ ਕੱਲਾ ਇੱਕ ਜਾਗਾਂ, ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁੱਪ ਚੁੱਪ ਵਾਂਗ ਚਰਾਗਾਂ। ਕਵੀ ਦੱਸਦਾ ਹੈ ਕਿ ਇਸ ਸੁੱਤੇ ਹੋਏ ਚਾਰ ਚੁਫੇਰੇ ਵਿੱਚ ਜਦੋਂ ਕਿ ਤਾਜ ਮਹਿਲ ਦੀਆਂ ਸਿਲਾਂ, ਚੰਨ ਦੀਆਂ ਕਿਰਨਾਂ, ਰੁੱਖਾਂ ਬੂਟਿਆਂ ਦੇ ਪਰਛਾਵੇਂ, ਜਮਨਾ ਦੇ ਕੰਢੇ ਆਦਿਕ ਸਾਰਾ ਚੌਗਿਰਦਾ ਸੌਂ ਰਿਹਾ ਸੀ ਤਾਂ ਇਸ ਸੁੱਤੇ ਹੋਏ ਚੌਗਿਰਦੇ ਦੇ ਵਿੱਚ ਕੱਲਾ ਮੈਂ ਜਾਗ ਰਿਹਾ ਸੀ। ਤੇ
ਮੇਰੀਆਂ ਅੱਖਾਂ ਜਿਹੜੀਆਂ ਨੇ ਉਹ ਚਿਰਾਗਾਂ ਵਾਂਗ ਜਗ ਰਹੀਆਂ ਸਨ। ਗੁੰਬਦ ਦਿਆਂ ਉਭਾਰਾਂ ਉੱਤੇ ਮਸਤਾਈਆਂ ਅਲਸਾਈਆਂ, ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੁਹਜ ਸੁਆਦ ਤਹਿਰਾਈਆਂ। ਕਵੀ ਦੱਸਦਾ ਹੈ ਕਿ ਤਾਜ ਮਹਿਲ ਦੇ ਗੁੰਬਦ ਦਾ ਜਿਹੜਾ ਉਭਾਰ ਸੀ ਉਹਦੇ ਉੱਪਰ ਮੇਰੀਆਂ ਨਜ਼ਰਾਂ ਮਸਤ ਹੋ ਕੇ ਘੁੰਮ ਰਹੀਆਂ ਸਨ ਤੇ ਉਸ ਦੀ ਸੁੰਦਰਤਾ ਦਾ ਸੁਹਜ ਸੁਆਦ ਮਾਣ ਰਹੀਆਂ ਸਨ। ਤੱਕ ਤੱਕ ਕਸਬ ਹੁਨਰ ਮੁਗਲਾਂ ਦਾ ਹੈਰਤ ਵੱਧਦੀ ਜਾਵੇ, ਸ਼ਾਹਜਹਾਨ ਦੇ ਸੁਹਜ ਸੁਆਦ ਨੂੰ ਲੂੰ ਲੂੰ ਪਿਆਸ ਲਾਵੇ। ਕਹਿੰਦਾ ਹੈ ਕਿ ਤਾਜ ਮਹਿਲ ਦੀ ਸੁੰਦਰਤਾ, ਉਸ ਦੀ ਇਮਾਰਤ ਕਲਾ ਨੂੰ ਦੇਖ ਕੇ ਮੇਰੀ ਜਿਹੜੀ ਹੈ ਹੈਰਾਨੀ ਵੱਧਦੀ ਜਾ ਰਹੀ ਸੀ ਕਿ ਮੁਗਲ ਜਿਨ੍ਹਾਂ ਨੇ ਇਸ ਨੂੰ ਬਣਵਾਇਆ ਸੀ ਉਹਨਾਂ ਦੇ ਵਿੱਚ ਕਿੰਨੀ ਇਮਾਰਤ ਕਲਾ ਦੀ ਸੂਝ ਸੀ ਤੇ ਸ਼ਾਹਜਹਾਨ ਦੇ ਸੁੰਦਰਤਾ ਪਸੰਦੀ ਨੂੰ, ਉਸ ਦੀ ਪਸੰਦ ਨੂੰ ਮੇਰਾ ਲੂੰ ਲੂੰ ਸਲਾਹ ਰਿਹਾ ਸੀ, ਲੂੰ ਲੂੰ ਉਸ ਦੀ ਪਸੰਦ ਦੀ ਪ੍ਰਸ਼ੰਸਾ ਕਰ ਰਿਹਾ ਸੀ। ਅੱਗੋਂ ਕਵਿਤਾ ਦਾ ਦੂਜਾ ਹਿੱਸਾ ਸ਼ੁਰੂ ਹੁੰਦਾ ਹੈ ਜਿਸ ਵਿੱਚ ਇਸ ਦੇ ਇਤਿਹਾਸ ਦਾ ਵਰਣਨ ਕਰਦਿਆਂ ਇਸ ਨੂੰ ਬਣਾਉਣ ਵਾਲੇ ਮਜ਼ਦੂਰ ਤੇ ਮਜ਼ਦੂਰਨੀਆਂ ਬਾਰੇ ਦੱਸਿਆ ਗਿਆ ਹੈ। ਕੀ ਲਿਖਦਾ ਹੈ ਕਵੀ? ਇੰਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ, ਚੀਕਾਂ ਕੂਕਾਂ ਤੇ ਫਰਿਆਦਾਂ ਜਾ ਅੰਬਰ ਨੂੰ ਛੋਇਆ। ਕਵੀ ਦੱਸਦਾ ਹੈ ਕਿ ਉਹ ਤਾਜ ਮਹਿਲ ਦੀ ਰੋਮਾਂਟਿਕ ਸੁੰਦਰਤਾ ਦਾ ਆਨੰਦ ਮਾਣ ਰਿਹਾ ਸੀ ਕਿ ਅਚਾਨਕ ਉਸ ਦੀ ਕਲਪਨਾ ਵਿੱਚ ਗੁੰਬਦ ਰੂਪੀ ਆਂਡਾ ਟੁੱਟ ਗਿਆ। ਤਾਜ ਮਹਿਲ ਦਾ ਗੁੰਬਦ ਹੁੰਦਾ ਹੈ ਇਮਾਰਤ ਦਾ ਉੱਪਰ ਵਾਲਾ ਗੋਲ ਹਿੱਸਾ ਜਿਹੜਾ ਉੱਪਰ ਨੂੰ ਉਭਰਿਆ ਹੁੰਦਾ ਹੈ। ਕਹਿੰਦੇ ਕਿ ਮੇਰੀ ਕਲਪਨਾ ਦੇ ਵਿੱਚ ਹੀ ਗੁੰਬਦ ਰੂਪੀ ਆਂਡਾ ਟੁੱਟ ਗਿਆ ਤੇ ਉਸ ਵਿੱਚੋਂ ਚੀਕ ਚਿਹਾੜਾ ਪੈ ਗਿਆ। ਇੰਨਾ ਰੌਲਾ ਗੋਲਾ ਸੀ ਕਿ ਅੰਬਰ ਤੱਕ ਆਵਾਜ਼ਾਂ ਜਾ ਰਹੀਆਂ ਸਨ। ਹੜ ਮਜ਼ਦੂਰਨੀਆਂ ਦਾ ਵਗਿਆ ਵਿੱਚ ਮਜ਼ਦੂਰ ਹਜ਼ਾਰਾਂ, ਚੁੱਕੀ ਕਹੀਆਂ ਦੁਰਮਟ ਤੇਸੇ, ਬੱਜੇ ਵਿੱਚ ਵਗਾਰਾਂ। ਕਹਿੰਦਾ ਕਿ ਮੇਰੀਆਂ ਨਜ਼ਰਾਂ ਦੇ ਸਾਹਮਣੇ ਮਜ਼ਦੂਰ ਤੇ ਮਜ਼ਦੂਰਨੀਆਂ ਦਾ ਹੜ ਵਗ ਤੁਰਿਆ, ਭਾਵ ਕਿ ਬਹੁਤ ਜ਼ਿਆਦਾ ਮਜ਼ਦੂਰ ਤੇ ਮਜ਼ਦੂਰਨੀਆਂ ਸਨ ਜਿਨ੍ਹਾਂ ਦੇ ਹੱਥਾਂ ਵਿੱਚ ਦੁਰਮਟ ਕਹੀਆਂ ਤੇਸੇ ਜੋ ਕਿ ਔਜ਼ਾਰ ਹਨ, ਇਮਾਰਤ ਬਣਾਉਣ ਵਾਲੇ ਸੰਦ ਹਨ, ਉਹ ਸਨ। ਦੁੱਧੀਆਂ ਨਾਲ ਪਲਮ ਦੇ ਬੱਚੇ, ਕੰਮੀ ਰੁੱਝੀਆਂ ਮਾਵਾਂ, ਅੱਖਾਂ ਦੇ ਵਿੱਚ ਛਲਕਣ ਹੰਝੂ, ਹਿੱਕਾਂ ਦੇ ਵਿੱਚ ਆਹਾਂ। ਤੇ ਇਹਨਾਂ ਮਜ਼ਦੂਰਾਂ ਤੇ ਮਜ਼ਦੂਰਨੀਆਂ ਨੂੰ ਵਗਾਰਾਂ ਦੇ ਵਿੱਚ ਕੰਮ ਇਹਨਾਂ ਤੋਂ ਲਿਆ ਜਾ ਰਿਹਾ ਸੀ। ਵਗਾਰ ਕੀ ਹੁੰਦਾ ਹੈ? ਜਿਸ ਦੇ ਬਦਲੇ ਦੇ ਵਿੱਚ ਉਹਨਾਂ ਨੂੰ ਕੋਈ ਇਵਜ਼, ਕੋਈ ਮਜ਼ਦੂਰੀ ਨਾ ਦਿੱਤੀ ਜਾਵੇ। ਇਹਨਾਂ ਮਜ਼ਦੂਰਨੀਆਂ ਦੇ ਬੱਚੇ ਦੁੱਧ ਵਾਸਤੇ ਤਰਸ ਰਹੇ ਸਨ। ਨਿੱਕੇ ਨਿੱਕੇ ਬੱਚੇ ਜੋ ਉਹਨਾਂ ਦੇ ਨਾਲ ਪਲਮੇ ਹੋਏ ਸਨ, ਲਟਕੇ ਹੋਏ ਸਨ ਤੇ ਮਾਵਾਂ ਕੰਮਾਂ ਦੇ ਵਿੱਚ ਰੁੱਝੀਆਂ ਹੋਈਆਂ ਸਨ। ਅੱਖਾਂ ਦੇ ਵਿੱਚ ਹੰਝੂ ਸਨ ਤੇ ਉਹਨਾਂ ਦੇ ਦਿਲ ਦੇ ਵਿੱਚ ਆਹਾਂ ਸਨ, ਭਾਵ ਕਿ ਬੜੇ ਹੀ ਦੁਖੀ ਮਨ ਦੇ ਨਾਲ ਉਹ ਕੰਮ ਕਰ ਰਹੇ ਸਨ ਤੇ ਉਹਨਾਂ ਤੋਂ ਜ਼ਬਰਦਸਤੀ ਵਗਾਰ ਦੇ ਤੌਰ ਤੇ ਇਸ ਦੀ ਇਮਾਰਤ ਦੀ ਉਸਾਰੀ ਕਰਵਾਈ ਜਾ ਰਹੀ ਸੀ। ਬੋਕਿਆਂ ਵਰਗੇ ਪੇਟ, ਉਹਨਾਂ ਦੇ ਤੁੱਕਿਆਂ ਵਰਗੇ ਗਾਟੇ। ਬੋਕਾ ਬੇਟਾ ਚਮੜੇ ਦਾ ਇੱਕ ਬਾਲਟੀਨੁਮਾ ਬਰਤਨ ਹੁੰਦਾ ਹੈ ਜਿਸ ਦੀ ਵਰਤੋਂ ਖੂਹ ਦੇ ਵਿੱਚੋਂ ਪਾਣੀ ਕੱਢਣ ਲਈ ਕੀਤੀ ਜਾਂਦੀ ਸੀ। ਜਦੋਂ ਇਸ ਨੂੰ ਭਰਿਆ ਜਾਂਦਾ ਸੀ ਤਾਂ ਇਹ ਬਾਲਟੀ ਦਾ ਆਕਾਰ ਡੋਲੂ ਦਾ ਆਕਾਰ ਲੈ ਲੈਂਦਾ ਸੀ, ਪਰ ਜਦੋਂ ਇਹ ਖਾਲੀ ਹੁੰਦਾ ਸੀ ਤਾਂ ਬਿਲਕੁਲ ਚਿਪਕ ਕੇ ਇੱਕ ਚਮੜੇ ਦਾ ਜਿਹੜਾ ਹੈ ਪੀਸ ਟੁਕੜਾ ਜਾਪਦਾ ਸੀ। ਤੇ ਕਵੀ ਦੱਸਦਾ ਹੈ ਕਿ ਭੁੱਖੇ ਪੇਟ ਕੰਮ ਕਰ ਕਰਕੇ ਇਹਨਾਂ ਮਜ਼ਦੂਰਾਂ ਦੇ ਪੇਟ ਬੋਕਿਆਂ ਵਰਗੇ ਲੱਗਦੇ ਸਨ, ਭਾਵ ਕਿ ਖਾਲੀ ਚੰਮ ਜਾਪਦੇ ਸਨ ਤੇ ਇਹਨਾਂ ਦੇ ਗਾਟੇ ਭਾਵ ਗਰਦਨਾਂ ਤੁੱਕਿਆਂ ਵਰਗੀਆਂ ਸੁੱਕੀਆਂ ਹੋਈਆਂ ਸਨ। ਤੁੱਕੇ ਮੱਕੀ ਦੀ ਛੱਲੀ ਦੇ ਦਾਣੇ ਉਤਾਰਨ ਤੋਂ ਬਾਅਦ ਜਿਹੜਾ ਹਿੱਸਾ ਬਚ ਜਾਂਦਾ ਹੈ ਉਸਨੂੰ ਤੁੱਕੇ ਆਖਿਆ ਜਾਂਦਾ ਹੈ। ਤੇ ਇਹਨਾਂ ਮਜ਼ਦੂਰ ਤੇ ਮਜ਼ਦੂਰਨੀਆਂ ਦੇ ਢਿੱਡ ਜਿਹੜੇ ਸੀ ਉਹ ਬੋਕਿਆਂ ਵਰਗੇ ਜਾਪਦੇ ਸਨ, ਖਾਲੀ, ਤੇ ਗਰਦਨਾਂ ਕੰਮ ਕਰ ਕਰਕੇ ਭੁੱਖੇ ਰਹਿ ਕੇ ਤੁੱਕਿਆਂ ਵਾਂਗ ਸੁੱਕੀਆਂ ਹੋਈਆਂ ਸਨ। ਛਾਲੇ ਛਾਲੇ ਹੱਥ ਉਹਨਾਂ ਦੇ, ਪੈਰ ਬਿਆਈਆਂ ਪਾਟੇ। ਹੱਥ ਉਹਨਾਂ ਦੇ ਛਾਲਿਆਂ ਦੇ ਨਾਲ ਭਰੇ ਹੋਏ ਸਨ ਤੇ ਪੈਰਾਂ ਦੀਆਂ ਬਿਆਈਆਂ ਪਾਟੀਆਂ ਹੋਈਆਂ ਸਨ, ਭਾਵ ਇਹਨਾਂ ਦੀ ਹਾਲਤ ਬੜੀ ਹੀ ਤਰਸਯੋਗ ਸੀ।
ਫਿਰ ਵੀ ਕੰਮ ਕਰਾਉਣ ਵਾਲੇ ਮਾਰ ਮਾਰ ਕੇ ਫਾਂਟਾਂ, ਮਾਸੂਮਾਂ ਦੇ ਪਿੰਡਿਆਂ ਉੱਤੇ ਚਾੜੀ ਜਾਣ ਸਲਾਟਾਂ। ਇੰਨੀ ਤਰਸਯੋਗ ਹਾਲਤ ਹੋਣ ਦੇ ਬਾਵਜੂਦ ਵੀ ਕਵੀ ਦੱਸਦਾ ਹੈ ਕਿ ਹਾਕਮਾਂ ਦੇ ਕੰਮ ਕਰਵਾਉਣ ਵਾਲੇ ਬੰਦੇ ਇਹਨਾਂ ਤੇ ਕੋਈ ਤਰਸ ਨਹੀਂ ਸਨ ਕਰ ਰਹੇ, ਸਗੋਂ ਫਾਂਟਾਂ ਮਾਰ ਮਾਰ ਕੇ, ਛਾਂਟੇ ਮਾਰ ਮਾਰ ਕੇ ਇਹਨਾਂ ਮਾਸੂਮ ਮਜ਼ਦੂਰਾਂ ਦੇ ਪਿੰਡਿਆਂ ਉੱਪਰ ਲਾਸਾਂ ਪਾਈ ਜਾ ਰਹੇ ਸਨ। ਏਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸਿਆਈ, ਨਾਲ ਪੀੜ ਦੇ ਕਲ ਵੱਲ ਹੋ ਕੇ ਰੂਹ ਮੇਰੀ ਕੁਰਲਾਈ। ਕਵੀ ਦੱਸਦਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਝਾਕੀ ਮਜ਼ਦੂਰਾਂ ਤੇ ਮਜ਼ਦੂਰਨੀਆਂ ਦੀ, ਇਸ ਤਰ੍ਹਾਂ ਦਾ ਦ੍ਰਿਸ਼ ਮੇਰੀਆਂ ਅੱਖਾਂ ਦੇ ਅੱਗੇ ਆਇਆ ਤਾਂ ਮੇਰੀ ਰੂਹ ਜਿਹੜੀ ਹੈ ਉਹ ਦਰਦ ਦੇ ਨਾਲ ਕੁਰਲਾ ਉੱਠੀ। ਕੀ ਉਹ ਹੁਸਨ ਹੈ ਸੱਚਮੁੱਚ ਜਾਂ ਉਂਝੇ ਹੀ ਛਲਦਾ, ਲੱਖ ਗਰੀਬ ਮਜ਼ਦੂਰਾਂ ਦੇ ਹੰਝੂਆਂ ਤੇ ਜੋ ਪਲਦਾ। ਤੇ ਕਹਿੰਦਾ ਹੈ ਕਿ ਮੈਂ ਇਹ ਸੋਚਣ ਵਾਸਤੇ ਮਜਬੂਰ ਹੋ ਗਿਆ ਕਿ ਇਹ ਤਾਜ ਮਹਿਲ ਦਾ ਹੁਸਨ, ਤਾਜ ਮਹਿਲ ਦੀ ਸੁੰਦਰਤਾ ਸੱਚਮੁੱਚ ਦੀ ਸੁੰਦਰਤਾ ਹੈ ਜਾਂ ਇੱਕ ਉਂਝੇ ਹੀ ਛਲਾਵਾ ਹੈ, ਉਂਝ ਹੀ ਧੋਖਾ ਦੇਣ ਵਾਲੀ ਇਮਾਰਤ ਹੈ ਜੋ ਕਿ ਲੱਖਾਂ ਗਰੀਬ ਮਜ਼ਦੂਰਾਂ ਦੇ ਹੰਝੂਆਂ ਉੱਤੇ ਬਣੀ ਹੋਈ ਹੈ। ਭਾਵ ਕਵੀ ਮਜ਼ਦੂਰਾਂ ਦੀ ਦਰਦਮਈ ਝਾਕੀ ਦੇਖ ਕੇ ਇਸ ਦੀ ਸੁੰਦਰਤਾ ਨੂੰ ਸੁੰਦਰਤਾ ਨਹੀਂ ਮੰਨਦਾ, ਸਗੋਂ ਇੱਕ ਧੋਖਾ ਮੰਨਦਾ ਹੈ ਕਿ ਇਸ ਦੀ ਉਸਾਰੀ ਲੱਖਾਂ ਗਰੀਬ ਮਜ਼ਦੂਰਾਂ ਨੂੰ ਵਗਾਰ ਦੇ ਵਿੱਚ ਉਹਨਾਂ ਦਾ ਸ਼ੋਸ਼ਣ ਕਰਕੇ ਕਰਵਾਈ ਗਈ। ਸੋ ਸਾਰਾਂਸ਼ ਕੀ ਹੈ ਕਵਿਤਾ ਦਾ ਕਿ ਤਾਜ ਮਹਿਲ ਚੰਨ ਦੀ ਚਾਨਣੀ ਰਾਤ ਵਿੱਚ ਬਹੁਤ ਹੀ ਮਨਮੋਹਕ ਲੱਗਦਾ ਹੈ। ਇੰਝ ਲੱਗਦਾ ਹੈ ਜਿਵੇਂ ਧਾਰੀਦਾਰ ਤੇ ਦੁੱਧ ਚਿੱਟੀਆਂ ਸੰਗਮਰਮਰ ਦੀਆਂ ਸਿਲਾਂ ਦੇ ਗਲ ਲੱਗ ਕੇ ਚੰਨ ਦੀਆਂ ਰਿਸ਼ਮਾਂ ਬੇਪਰਵਾਹ ਹੋ ਕੇ ਸੌਂ ਰਹੀਆਂ ਹੋਣ। ਆਸੇ ਪਾਸੇ ਲੱਗੇ ਰੁੱਖਾਂ ਬੂਟਿਆਂ ਦੇ ਪਰਛਾਵੇਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਨੀਂਦ ਦੇ ਨਸ਼ੇ ਵਿੱਚ ਹੋਣ। ਨਾਲ ਵਹਿਣ ਵਾਲੀ ਜਮਨਾ ਨਦੀ ਦੇ ਹਰੇ ਭਰੇ ਕੰਢੇ ਤਾਜ ਮਹਿਲ ਦੇ ਪਰਛਾਵੇਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਬੇਪਰਵਾਹ ਸ਼ਾਂਤ ਸੁੱਤੇ ਜਾਪਦੇ ਸਨ। ਸਾਰੇ ਸੁੱਤੇ ਹੋਏ ਚੌਗਿਰਦੇ ਦੇ ਵਿੱਚ ਉਹ ਇਕੱਲਾ ਜਾਗ ਰਿਹਾ ਸੀ ਤੇ ਤਾਜ ਮਹਿਲ ਦੀ ਸੁੰਦਰਤਾ ਦਾ ਆਨੰਦ ਮਾਣ ਰਿਹਾ ਸੀ। ਤੇ ਮਨ ਹੀ ਮਨ ਉਹ ਮੁਗਲਾਂ ਜਿਨ੍ਹਾਂ ਨੇ ਇਸ ਦੀ ਉਸਾਰੀ ਕਰਵਾਈ ਸੀ, ਮੁਗਲਾਂ ਦੀ ਤੇ ਸ਼ਾਹਜਹਾਨ ਦੀ ਇਮਾਰਤ ਕਲਾ ਦੀ ਪ੍ਰਸ਼ੰਸਾ ਕਰ ਰਿਹਾ ਸੀ। ਤੇ ਫਿਰ ਦੱਸਦਾ ਹੈ ਕਿ ਮੇਰੀਆਂ ਨਜ਼ਰਾਂ ਜਿਹੜੀਆਂ ਸੋਧ ਸੁਆਦ ਦੀਆਂ ਤਹਿਰਾਈਆਂ ਤਾਜ ਮਹਿਲ ਦੀ ਇਮਾਰਤ ਉੱਪਰ ਘੁੰਮ ਰਹੀਆਂ ਸਨ ਕਿ ਅਚਾਨਕ ਮੇਰੀ ਕਲਪਨਾ ਦੇ ਵਿੱਚ ਗੁੰਬਦ ਦਾ ਆਂਡਾ ਟੁੱਟ ਗਿਆ ਤੇ ਵਿੱਚੋਂ ਚੀਕਾਂ ਕੂਕਾਂ ਮਜ਼ਦੂਰਾਂ ਦੀਆਂ ਸੀ ਜੋ ਉਹ ਸੁਣਾਈ ਦੇਣ ਲੱਗ ਪਈਆਂ। ਤੇ ਮੇਰੀਆਂ ਨਜ਼ਰਾਂ ਦੇ ਸਾਹਮਣੇ ਮਜ਼ਦੂਰ ਤੇ ਮਜ਼ਦੂਰਨੀਆਂ ਦਾ ਹੜ ਵਗ ਤੁਰਿਆ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਦੁਰਮਟ ਤੇ ਸਿਆਦਿਕ ਸੰਦ ਸਨ ਤੇ ਉਹਨਾਂ ਤੋਂ ਵਗਾਰ ਦੇ ਵਿੱਚ ਕੰਮ ਲਿਆ ਜਾ ਰਿਹਾ ਸੀ। ਭਾਵ ਕਿ ਉਹਨਾਂ ਨੂੰ ਮਜ਼ਦੂਰੀ ਦੇ ਬਦਲੇ 'ਚ ਕੋਈ ਪੈਸਾ ਨਹੀਂ ਸੀ ਦਿੱਤਾ ਜਾਣਾ। ਉਹਨਾਂ ਮਜ਼ਦੂਰ ਤੇ ਮਜ਼ਦੂਰਨੀਆਂ ਦੇ ਨਿੱਕੇ ਨਿੱਕੇ ਬੱਚੇ ਦੁੱਧ ਲਈ ਵਿਲਕਦੇ ਆਪਣੀਆਂ ਮਾਵਾਂ ਦੇ ਨਾਲ ਲਟਕ ਰਹੇ ਸਨ, ਪਰ ਮਾਵਾਂ ਜਿਹੜੀਆਂ ਸੀ ਉਹ ਕੰਮਾਂ ਦੇ ਵਿੱਚ ਰੁੱਝੀਆਂ ਹੋਈਆਂ ਸਨ। ਉਹਨਾਂ ਭੁੱਖੇ ਪੇਟ ਕੰਮ ਕਰ ਕਰਕੇ ਉਹਨਾਂ ਦੇ ਢਿੱਡ ਬੋਕਿਆਂ ਵਰਗੇ ਤੇ ਗਰਦਨਾਂ ਤੁੱਕਿਆਂ ਵਰਗੀਆਂ ਜਾਪਦੀਆਂ ਸਨ। ਇਸ ਦੇ ਬਾਵਜੂਦ ਵੀ ਹਾਕਮਾਂ ਦੇ ਬੰਦੇ ਉਹਨਾਂ ਦੇ ਛਾਂਟੇ ਮਾਰ ਮਾਰ ਕੇ ਲਾਸਾਂ ਪਾਈ ਜਾ ਰਹੇ ਸਨ। ਕਵੀ ਦੱਸਦਾ ਹੈ ਕਿ ਇਸ ਤਰ੍ਹਾਂ ਦੀ ਜਦੋਂ ਝਾਕੀ, ਇਸ ਤਰ੍ਹਾਂ ਦਾ ਦ੍ਰਿਸ਼ ਜਦੋਂ ਮੇਰੀਆਂ ਨਜ਼ਰਾਂ ਦੇ ਸਾਹਮਣੇ ਆਇਆ ਤਾਂ ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਇਹ ਸੁੰਦਰਤਾ, ਇਹ ਹੁਸਨ ਤਾਜ ਮਹਿਲ ਦਾ ਸੱਚਮੁੱਚ ਦਾ ਹੁਸਨ ਹੈ ਜਾਂ ਇੱਕ ਛਲਾਵਾ ਹੈ, ਇੱਕ ਧੋਖਾ ਹੈ ਜਿਸ ਦੀ ਉਸਾਰੀ ਲੱਖਾਂ ਮਜ਼ਦੂਰ ਤੇ ਮਜ਼ਦੂਰਨੀਆਂ ਦੇ ਹੰਝੂਆਂ ਉੱਤੇ ਹੋਈ। ਸੋ ਕਵੀ ਦਾ ਮੰਨਣਾ ਹੈ ਕਿ ਇਹ ਅਜਿਹੀ ਸੁੰਦਰਤਾ ਨੂੰ ਸੱਚਮੁੱਚ ਦੀ ਸੁੰਦਰਤਾ ਨਹੀਂ ਕਿਹਾ ਜਾ ਸਕਦਾ ਜਿਸ ਦੇ ਬਣਾਉਣ ਪਿੱਛੇ ਕਿਸੇ ਦਾ ਸ਼ੋਸ਼ਣ ਕੀਤਾ ਗਿਆ ਹੋਵੇ, ਕਿਸੇ ਮਜਬੂਰੀ ਦਾ ਲਾਭ ਉਠਾਇਆ ਗਿਆ ਹੋਵੇ। ਧੰਨਵਾਦ।